ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੇ ਹੁਕਮ ਦਾ ਸਾਰੀ ਗੁਰਬਾਣੀ ਵਿੱਚ ਜੇ ਅਸੀਂ ਅਰਥ ਕਰਾਂਗੇ ਉਹਦਾ ਹੁਕਮ, ਉਹਦਾ ਆਰਡਰ, ਉਹਦੀ ਮਰਜ਼ੀ, ਫਿਰ ਅਰਥ ਗਲਤ ਹੋ ਜਾਣਗੇ। ਮਰਜ਼ੀ ਉਹਦੀ ਮਰਜ਼ੀ ਹੈ। ਫਿਰ ਅਸੀਂ ਇੰਨੇ ਕਰਮ ਧਰਮ ਕਿਉਂ ਕਰ ਰਹੇ ਹਾਂ? ਉਹਦੀ ਮਰਜ਼ੀ ਹੋਏਗੀ ਸਾਨੂੰ ਬਖਸ਼ ਦੇਗਾ, ਨਹੀਂ ਮਰਜ਼ੀ ਹੋਏਗੀ ਤੇ ਨਹੀਂ ਬਖਸ਼ੇਗਾ। ਫਿਰ ਨਿਤਨੇਮ, ਪਾਠ, ਸਿਮਰਨ, ਕੀਰਤਨ, ਸੇਵਾ ਜਾਂ ਹੋਰ ਸਤ ਸੰਤੋਖ, ਦਇਆ, ਧਰਮ, ਧੀਰਜ, ਇਮਾਨਦਾਰੀ, ਸੱਚਾਈ, ਚੰਗੇ ਗੁਣ, ਫਿਰ ਇਹਨਾਂ ਦਾ ਅਰਥ ਕੋਈ ਨਹੀਂ ਰਹਿ ਜਾਏਗਾ। ਫਿਰ ਤਾਂ ਉਹਦੀ ਮਰਜ਼ੀ ਹੈ। ਮਰਜ਼ੀ ਹੋਏਗੀ ਤੇ ਸਾਨੂੰ ਬਖਸ਼ ਦੇਗਾ, ਨਹੀਂ ਮਰਜ਼ੀ ਹੋਏਗੀ ਤੇ ਅਸੀਂ ਚੰਗੇ ਕਰਮ ਵੀ ਕਰੀ ਜਾਵਾਂਗੇ ਤਾਂ ਵੀ ਨਹੀਂ ਬਖਸ਼ੇਗਾ। ਹੁਕਮ ਦਾ ਅਰਥ ਮਰਜ਼ੀ ਨਹੀਂ ਹੈ। ਰੱਬ ਕੋਈ ਤਾਨਾਸ਼ਾਹ ਡਿਕਟੇਟਰ ਨਹੀਂ ਹੈਗਾ ਕਿ ਉਹ ਆਪਣੀ ਮਰਜ਼ੀ ਕਰੇ। ਜੇ ਆਪਣੀ ਮਰਜ਼ੀ ਕਰੇ ਫਿਰ ਸਾਡੇ ਕਰਮਾਂ ਦਾ ਕੋਈ ਲਾਭ ਨਹੀਂ ਰਹਿ ਜਾਏਗਾ। ਫਿਰ ਜਿਹੋ ਜਿਹੇ ਮਰਜ਼ੀ ਕਰਮ ਕਰੋ, ਮਰਜ਼ੀ ਤੇ ਉਸ ਰੱਬ ਦੀ ਰਹੇਗੀ। ਕਰਮਾਂ ਪੱਖੋਂ ਅਸੀਂ ਸੁਤੰਤਰ ਹਾਂ ਤੇ ਕਰਮਾਂ ਦੇ ਉੱਪਰ ਜਿਹੜਾ ਫਲ ਹੈ ਨਾ, ਉਹ ਹੈ ਰੱਬ ਦਾ ਹੁਕਮ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਹੁਕਮ ਦੇ ਅਰਥ ਕਰਨੇ ਨੇ ਤੇ ਹੁਕਮ ਦੇ ਅਰਥ ਮਰਜ਼ੀ ਕਰਾਂਗੇ ਤੇ ਅਰਥ ਗਲਤ ਹੋ ਜਾਣਗੇ, ਅਸੀਂ ਕਨਫਿਊਜ਼ ਹੋ ਜਾਵਾਂਗੇ। ਜਦੋਂ ਹੁਕਮ ਦੇ ਅਰਥ ਅਸੀਂ ਕਰਾਂਗੇ ਨਿਯਮ, ਰੂਲਸ, ਉਹਦੇ ਪੱਕੇ ਬੱਝਵੇਂ ਨਿਯਮ, ਫਿਰ ਅਰਥ ਠੀਕ ਹੋਣਗੇ। ਫਿਰ ਸਾਨੂੰ ਸਮਝ ਪਏਗੀ ਹੁਕਮ ਮੈਨੇ ਉਹਦੇ ਨਿਯਮ, ਰੱਬ ਦੇ ਨਿਯਮ। ਉਦਾਹਰਨ ਦੇ ਤੌਰ ਤੇ ਮੈਂ ਕਹਿੰਦਾ ਵਾਂ, ਹੁਕਮੀ ਹੋਵਨ ਆਕਾਰ। ਉਹਦੇ ਹੁਕਮ ਵਿੱਚ ਮੈਨੇ ਉਹਦੇ ਨਿਯਮਾਂ ਦੇ ਅਨੁਸਾਰ ਆਕਾਰ ਬਣਦੇ ਨੇ। ਪੇੜ ਪੌਦੇ, ਪਸ਼ੂ ਪੰਛੀ, ਪਹਾੜ, ਸੂਰਜ, ਚੰਦਰਮਾ, ਤਾਰੇ, ਇਹਨਾਂ ਦੇ ਬਣਨ ਪਿੱਛੇ ਕੋਈ ਨਾ ਕੋਈ ਨਿਯਮ ਕੰਮ ਕਰਦਾ ਹੈ। ਐਵੇਂ ਪਹਾੜ ਨਹੀਂ ਬਣ ਗਏ, ਪਹਾੜ ਬਣਨ ਪਿੱਛੇ ਕੋਈ ਕਾਰਨ ਹੈ। ਐਵੇਂ ਭੁਚਾਲ ਨਹੀਂ ਆ ਜਾਂਦੇ, ਐਵੇਂ ਨਦੀਆਂ ਦਰਿਆ ਨਹੀਂ ਬਣ ਜਾਂਦੇ। ਉਹਦੇ ਪਿੱਛੇ ਕੋਈ ਨਾ ਕੋਈ ਨਿਯਮ ਕੰਮ ਕਰਦਾ ਹੁੰਦਾ। ਜਿੰਨੇ ਆਕਾਰ ਨੇ ਉਹਦੇ ਨਿਯਮਾਂ ਵਿੱਚ ਨੇ। ਤੇ ਇਹ ਐਸੇ ਨਿਯਮ ਨੇ ਜਿਹੜੇ ਅਸੀਂ ਸਾਰੇ ਨਹੀਂ ਦੱਸ ਸਕਦੇ। ਹੁਕਮ ਨਾ ਕਹਿਆ ਜਾਈ, ਰੱਬ ਦੇ ਸਾਰੇ ਨਿਯਮ ਕਹੇ ਨਹੀਂ ਜਾ ਸਕਦੇ। ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਰੱਬ ਦੇ ਨਿਯਮ ਲੱਭੇ ਨੇ, ਬਣਾਏ ਨਹੀਂ। ਰੱਬ ਦੇ ਨਿਯਮ ਖੋਜੇ ਨੇ। ਜਿਵੇਂ ਸਾਇੰਟਿਸਟਾਂ ਨੇ ਖੋਜ ਲਿਆ ਕਿ ਪਾਣੀ ਕੀ ਹੈਗਾ, 2 ਹਿੱਸੇ ਹਾਈਡਰੋਜਨ ਹੈ, 1 ਹਿੱਸੇ ਆਕਸੀਜਨ ਹੈ। ਇਹ 2 ਗੈਸਾਂ ਮਿਲਾ ਕੇ ਪਾਣੀ ਬਣਿਆ। ਉਹਨਾਂ ਫਾਰਮੂਲਾ ਦੇ ਦਿੱਤਾ H2O। ਹੁਣ ਇਹ ਨਿਯਮ ਖੋਜਿਆ ਉਹਨਾਂ ਨੇ ਵੀ ਹਾਈਡਰੋਜਨ ਤੇ ਆਕਸੀਜਨ ਮਿਲਾ ਕੇ ਪਾਣੀ ਬਣਦਾ ਹੈ। ਇਹ ਨਿਯਮ ਬਣਾਇਆ ਨਹੀਂ। ਬਣਾਇਆ ਤੇ ਤਾਂ ਸਵਾਦ ਹੁੰਦਾ ਜੇ ਉਹ ਹੋਰ ਦੂਜੀਆਂ ਵੱਖਰੀਆਂ ਗੈਸਾਂ ਇਕੱਠੀਆਂ ਕਰਕੇ ਪਾਣੀ ਬਣਾ ਲੈਂਦੇ। ਇਸ ਤਰ੍ਹਾਂ ਨਹੀਂ ਹੋ ਸਕਦਾ। ਰੱਬ ਦਾ ਨਿਯਮ ਹੈ ਹਾਈਡਰੋਜਨ ਆਕਸੀਜਨ ਮਿਲਾ ਕੇ ਪਾਣੀ ਬਣਨਾ, ਤੇ ਸਾਇੰਟਿਸਟਾਂ ਨੇ ਨਿਯਮ ਖੋਜ ਲਿਆ, ਬਣਾਇਆ ਨਹੀਂ। ਇਸ ਤਰ੍ਹਾਂ ਬਹੁਤ ਸਾਰੇ ਨਿਯਮ ਮਨੁੱਖ ਨੇ ਖੋਜ ਲਏ, ਪਰ ਸਾਰੇ ਨਿਯਮ ਨਹੀਂ ਖੋਜੇ ਜਾ ਸਕਦੇ। ਇਸ ਕਰਕੇ ਹੁਕਮ ਨਾ ਕਹਿਆ ਜਾਈ, ਰੱਬ ਦੇ ਸਾਰੇ ਨਿਯਮਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਕਮੀ ਹੋਵਨ ਜੀ, ਜੀ ਮਨੇ ਜਿੰਨੇ ਜੀਵ ਨੇ ਉਹ ਸਾਰੇ ਉਹਦੇ ਨਿਯਮਾਂ 'ਚ ਪੈਦਾ ਹੁੰਦੇ ਨੇ। ਰੁੱਖ ਨੇ ਪੈਦਾ ਹੋਣਾ, ਇੱਕ ਨਿਯਮ ਹੈਗਾ ਕਿ ਬੀਜ ਦੇ ਰਾਹੀਂ ਉਹਨੇ ਪੁੰਗਰਨਾ ਹੈਗਾ। ਪਸ਼ੂ ਪੰਛੀ ਨੇ ਪੈਦਾ ਹੋਣਾ, ਮਨੁੱਖ ਨੇ ਪੈਦਾ ਹੋਣਾ, ਇੱਕ ਨਿਯਮ ਹੈਗਾ। ਇਹ ਨਹੀਂ ਕਿ ਘਾਹ ਦੇ ਵਿੱਚੋਂ ਕੋਈ ਵੱਖਰਾ ਦੇਵਤਾ ਨਿਕਲ ਆਇਆ, ਮੈਲ ਦੇ ਵਿੱਚੋਂ ਕੋਈ ਵੱਖਰਾ ਦੇਵਤਾ ਪੈਦਾ ਹੋ ਗਿਆ, ਜਾਂ ਪਸੀਨੇ ਦੇ ਵਿੱਚੋਂ ਵੱਖਰਾ ਦੇਵਤਾ ਪੈਦਾ ਹੋ ਗਿਆ, ਹਵਾ ਦੇ ਵਿੱਚੋਂ ਵੱਖਰਾ ਪੈਦਾ ਹੋ ਗਿਆ, ਸੂਰਜ ਦੀਆਂ ਕਿਰਨਾਂ ਵਿੱਚੋਂ ਵੱਖਰਾ ਪੈਦਾ ਹੋ ਗਿਆ। ਇਸ ਤਰ੍ਹਾਂ ਨਹੀਂ ਹੈ। ਇੱਕ ਨਿਯਮ ਕੰਮ ਕਰਦਾ ਜਿਹਨੂੰ ਗੁਰਬਾਣੀ ਕਹਿੰਦੀ ਹੈ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਨਰ ਤੇ ਮਾਦਾ ਦੇ ਸੰਯੋਗ ਤੋਂ ਬਿਨਾਂ ਬੱਚਾ ਜਨਮ ਨਹੀਂ ਲੈ ਸਕਦਾ। ਇਹ ਨਿਯਮ ਹੈ ਰੱਬ ਦਾ। ਭਾਵੇਂ ਉਹ ਸੰਯੋਗ ਟੈਸਟ ਟਿਊਬ ਰਾਹੀਂ ਕਿਉਂ ਨਾ ਹੋਵੇ, ਭਾਵੇਂ ਕਿਸੇ ਤਰੀਕੇ ਵੀ ਕਿਉਂ ਨਾ ਹੋਵੇ, ਸੰਯੋਗ ਜਿਹੜਾ ਨਰ ਮਾਦਾ ਦਾ ਹੀ ਹੋਏਗਾ ਤੇ ਜੀਵ ਜਨਮ ਲਏਗਾ। ਰੱਬ ਦਾ ਇੱਕ ਨਿਯਮ ਹੈਗਾ, ਹੁਕਮੀ ਹੋਵਨ ਜੀ। ਔਰ ਇਹ ਜਿਹੜਾ ਨਿਯਮ ਹੈ ਨਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਜੋ ਉਹਦੇ ਨਿਯਮਾਂ 'ਚ ਜੀਵ ਪੈਦਾ ਹੁੰਦੇ ਨੇ, ਇਹ ਸਾਰੀਆਂ ਪੁਰਾਣਕ ਕਹਾਣੀਆਂ ਨੂੰ ਤੇ ਕਾਲਪਨਿਕ ਕਰਾਮਾਤਾਂ ਨੂੰ ਰੱਦ ਕਰ ਦਿੰਦੇ ਨੇ। ਕਿਉਂਕਿ ਰੱਬ ਦੇ ਜੀਵ ਦਾ ਪੈਦਾ ਹੋਣ ਪਿੱਛੇ ਇੱਕ ਨਿਯਮ ਕੰਮ ਕਰਦਾ ਹੈ। ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ, ਉਹਦੇ ਨਿਯਮਾਂ ਦੇ ਵਿੱਚ ਹੀ ਵਡਿਆਈ ਮੈਨੇ ਵਡੱਪਣ ਮਿਲਦਾ ਹੈ, ਆਦਰ ਸਤਿਕਾਰ ਮਿਲਦਾ ਹੈ। ਮੈਂ ਕਿਸੇ ਨੂੰ ਸਤਿਕਾਰ ਦੇਵਾਂਗਾ, ਮੈਨੂੰ ਇੱਜ਼ਤ ਮਿਲੇਗੀ। ਮੈਂ ਕਿਸੇ ਨੂੰ ਗਾਲ ਕੱਢਾਂਗਾ ਤੇ ਅਗਲਾ ਮੈਨੂੰ ਇੱਜ਼ਤ ਨਹੀਂ ਦੇਗਾ। ਇੱਕ ਨਿਯਮ ਕੰਮ ਕਰਦਾ ਹੈ। ਮੈਂ ਉਹਦੇ ਨਿਯਮਾਂ ਵਿੱਚ ਚੱਲਾਂਗਾ, ਸਤ ਸੰਤੋਖ, ਦਇਆ, ਧਰਮ, ਧੀਰਜ ਮੁਤਾਬਕ ਜ਼ਿੰਦਗੀ ਜੀਵਾਂਗਾ, ਫਿਰ ਮੈਨੂੰ ਮਾਲਕ ਦੇ ਘਰ ਵਡਿਆਈ ਮਿਲ ਜਾਏਗੀ। ਮੈਂ ਪਾਪਾਂ 'ਚ ਜ਼ਿੰਦਗੀ ਬਤੀਤ ਕਰਾਂਗਾ ਤੇ ਨਹੀਂ ਮਿਲੇਗੀ। ਇਸ ਕਰਕੇ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਉਹਦੇ ਨਿਯਮਾਂ ਵਿੱਚ ਰਹਿ ਕੇ ਕੋਈ ਉੱਤਮ ਬਣ ਜਾਏ, ਸ੍ਰੇਸ਼ਟ। ਚੰਗੇ ਗੁਣ ਧਾਰਨ ਕਰਕੇ ਉਹਦੇ ਨਿਯਮਾਂ ਦੇ ਵਿੱਚ ਕੋਈ ਸ੍ਰੇਸ਼ਟ ਹੋ ਸਕਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਵਿੱਚ ਫਸ ਕੇ ਉਹਦੇ ਨਿਯਮਾਂ ਦੇ ਮੁਤਾਬਕ ਉਹ ਨੀਚ ਹੋ ਸਕਦਾ ਹੈ। ਭਾਵ ਕੋਈ ਉੱਤਮ ਜੇ ਹੈ, ਜੇ ਕੋਈ ਨੀਚ ਹੈ, ਉਹਦੇ ਪਿੱਛੇ ਕੋਈ ਨਿਯਮ ਕੰਮ ਕਰਦਾ ਹੈ ਕਿ ਚੰਗੇ ਗੁਣਾਂ ਵਾਲਾ ਨੀਚ ਨਹੀਂ ਹੋ ਸਕਦਾ ਤੇ ਮਾੜੇ ਗੁਣਾਂ ਵਾਲਾ ਕੋਈ ਊਚ ਨਹੀਂ ਹੋ ਸਕਦਾ। ਔਗੁਣਾਂ ਵਾਲਾ ਨੀਚ ਹੋਏਗਾ, ਗੁਣਾਂ ਵਾਲਾ ਊਚ ਹੋਏਗਾ। ਉਹਦਾ ਨਿਯਮ ਹੈਗਾ ਇਹ ਹੁਕਮੀ ਉੱਤਮ ਨੀਚ। ਰੱਬੀ ਨਿਯਮਾਂ ਦੇ ਮੁਤਾਬਕ ਹੀ
ਕੋਈ ਚੰਗੇ ਕੰਮ ਕਰਕੇ ਉੱਤਮ ਬਣ ਜਾਂਦਾ ਹੈ, ਕੋਈ ਮਾੜੇ ਕੰਮ ਕਰਕੇ ਨੀਚ ਬਣ ਜਾਂਦਾ ਹੈ। ਹੁਕਮ ਲਿਖ ਦੁੱਖ ਸੁੱਖ ਪਾਈਐ, ਉਹਦੇ ਨਿਯਮਾਂ ਦੇ ਮੁਤਾਬਕ ਹੀ ਕੋਈ ਚੰਗੇ ਕਰਮ ਕਰਕੇ ਆਤਮਿਕ ਤੌਰ ਤੇ ਸੁਖੀ ਹੋ ਜਾਂਦਾ ਹੈ, ਤੇ ਕੋਈ ਬੁਰੇ ਕਰਮ ਕਰਕੇ ਦੁੱਖ ਪਾਈ ਜਾਂਦਾ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਕਈਆਂ ਨੂੰ ਰੱਬ ਦੇ ਨਿਯਮਾਂ ਦੇ ਵਿੱਚ ਬਖਸ਼ਿਸ਼ ਮਿਲ ਜਾਂਦੀ ਹੈ। ਜਦੋਂ ਰੱਬੀ ਨਿਯਮਾਂ ਦੇ ਵਿੱਚ ਚੰਗੇ ਕਰਮ ਕਰਦੇ ਨੇ, ਉਹ ਆਦਰ ਲੈ ਲੈਂਦੇ ਨੇ। ਜਿਹੜੇ ਰੱਬ ਦੇ ਨਿਯਮਾਂ ਦੇ ਮੁਤਾਬਕ ਬੁਰੇ ਕਰਮ ਕਰਦੇ ਨੇ, ਉਹ ਭਟਕਾਏ ਜਾਂਦੇ ਨੇ। ਹੁਣ ਰੱਬ ਦਾ ਨਿਯਮ ਹੈਗਾ ਵੈ, ਉਹ ਨਿਯਮ ਕੀ ਹੈ ਵੀ ਅੱਗ ਦਾ ਕੰਮ ਸਾੜਨਾ ਹੈ। ਹੁਣ ਕੋਈ ਅੱਗ ਦੇ ਉੱਪਰ ਰੋਟੀ ਬਣਾ ਕੇ ਖਾ ਲਏ, ਉਹਦੀ ਭੁੱਖ ਮਿਟ ਜਾਏਗੀ। ਕੋਈ ਅੱਗ ਦੇ ਉੱਪਰ ਹੱਥ ਰੱਖ ਦੇਗਾ ਤੇ ਉਹਦਾ ਹੱਥ ਸੜ ਜਾਏਗਾ। ਹੁਣ ਉਹਦਾ ਨਿਯਮ ਹੈਗਾ ਵੀ ਅੱਗ ਨੇ ਸਾੜਨਾ, ਭਾਵੇਂ ਤੂੰ ਪ੍ਰਸ਼ਾਦਾ ਪਕਾ ਲੈ, ਭਾਵੇਂ ਆਪਣਾ ਹੱਥ ਸਾੜ ਲੈ। ਧਰਤੀ ਦਾ ਨਿਯਮ ਹੈਗਾ, ਉਹਨੇ ਗ੍ਰੈਵਿਟੀ ਉਹਨੇ ਆਪਣੇ ਵੱਲ ਖਿੱਚਣਾ ਹਰ ਇੱਕ ਨੂੰ। ਚਾਹੇ ਤੂੰ ਪੌੜੀ ਤੋਂ ਉੱਤਰ ਕੇ ਥੱਲੇ ਆ ਜਾ, ਤੇ ਚਾਹੇ ਉੱਪਰੋਂ ਛਾਲ ਮਾਰੇਗਾ ਤੇ ਲੱਤ ਤੋੜਾ ਲਏਗਾ, ਕੋਈ ਆਪਣਾ ਨੁਕਸਾਨ ਕਰਾ ਲਏਗਾ। ਉਹਦਾ ਨਿਯਮ ਹੈਗਾ ਵੀ ਧਰਤੀ ਨੇ ਆਪਣੇ ਵੱਲ ਖਿੱਚਣਾ ਹੀ ਖਿੱਚਣਾ ਹੈ। ਚਾਹੇ ਤੂੰ ਪੌੜੀ ਦੇ ਰਾਹੀਂ ਉਤਰਿਆ, ਭਾਵੇਂ ਤੂੰ ਸਿੱਧਾ ਛਾਲ ਮਾਰ, ਧਰਤੀ ਨੇ ਆਪਣਾ ਨਿਯਮ ਨਹੀਂ ਛੱਡਣਾ। ਉਹਦੇ ਨਿਯਮ ਦੇ ਵਿੱਚ ਹੀ ਬਖਸ਼ਿਸ਼ ਹੈ, ਉਹਦੇ ਨਿਯਮ ਦੇ ਵਿੱਚ ਹੀ ਭਟਕਾਣਾ ਜੀਵਨ ਚ ਆ ਜਾਂਦਾ ਹੈ, ਭਟਕਣਾ ਆ ਜਾਂਦੀ ਹੈ। ਭਾਵ ਰੱਬੀ ਨਿਯਮਾਂ ਦੇ ਮੁਤਾਬਕ ਕੋਈ ਬੁਰੇ ਕਰਮ ਕਰਕੇ ਫਿਰ ਭਵਾਏ ਜਾਂਦੇ ਨੇ। ਗੱਲ ਕੀ, ਹੁਕਮ ਹੈ ਅੰਦਰ ਸਭ ਕੋ। ਕੁੱਲ ਕਾਇਨਾਤ, ਹਰ ਜੀਵ ਰੱਬ ਦੇ ਨਿਯਮਾਂ ਵਿੱਚ ਚੱਲ ਰਿਹਾ ਹੈ। ਬਾਹਰ ਹੁਕਮ ਨਾ ਕੋਈ, ਉਹਦੇ ਨਿਯਮਾਂ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ। ਅਸੀਂ ਕਹਿੰਦੇ ਆ ਨਾ ਕਿ ਰੱਬ ਦੇ ਹੁਕਮ ਤੋਂ ਬਿਨਾਂ ਜੀ ਪੱਤਾ ਨਹੀਂ ਹਿਲਦਾ। ਹੁਣ ਇਹ ਗੱਲ ਬਿਲਕੁਲ ਸੱਚ ਹੈਗੀ ਹੈ, 100% ਸੱਚ ਹੈ। ਰੱਬ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਹੁਕਮ ਮੈਨੇ ਨਿਯਮ, ਉਹਦੇ ਨਿਯਮਾਂ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਨਿਯਮ ਇਹ ਕਹਿੰਦਾ ਹੈ ਕਿ ਇੱਕ ਪੱਤਾ ਹਿਲਾਏਗਾ ਤੇ ਪੱਤਾ ਹਿੱਲੇਗਾ, ਆਪਣੇ ਆਪ ਨਹੀਂ ਹਿੱਲੇਗਾ। ਨਿਯਮ ਕਹਿੰਦਾ ਹੈ ਹਵਾ ਚੱਲੇਗੀ ਤੇ ਪੱਤਾ ਹਿੱਲੇਗਾ, ਨਹੀਂ ਚੱਲੇਗੀ ਤੇ ਨਹੀਂ ਹਿੱਲੇਗਾ। ਇਸ ਕਰਕੇ ਰੱਬ ਦੇ ਹੁਕਮ ਮੈਨੇ, ਉਹਦੇ ਨਿਯਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਜੇ ਪੱਤਾ ਵੀ ਹਿਲ ਰਿਹਾ, ਉਹ ਕਿਸੇ ਗੈਬੀ ਸ਼ਕਤੀ ਨਾਲ ਨਹੀਂ ਹਿਲ ਰਿਹਾ, ਬਲਕਿ ਉਹਦੇ ਪਿੱਛੇ ਕੋਈ ਨਾ ਕੋਈ ਨਿਯਮ ਕੰਮ ਕਰਦਾ ਹੈ। ਰੱਬ ਦਾ ਹੁਕਮ, ਹੁਕਮ ਮੈਨੇ ਨਿਯਮ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕੋਈ ਵੀ ਸੰਸਾਰ ਦੀ ਚੀਜ਼ ਨਿਯਮਾਂ ਤੋਂ ਬਾਹਰ ਨਹੀਂ। ਕਿ ਕੋਈ ਮੰਤਰ ਪੜ੍ਹ ਕੇ ਕਿਸੇ ਨੂੰ ਸਿਰ ਪੀੜ ਲਾ ਦੇਵੇ, ਨਹੀਂ ਹੋ ਸਕਦਾ। ਜੇ ਸਿਰ ਪੀੜ ਵੀ ਹੋ ਰਿਹਾ ਹੈ, ਉਹਦੇ ਪਿੱਛੇ ਕੋਈ ਨਿਯਮ ਹੋਏਗਾ ਵੀ ਤਾਂ ਸਿਰ ਪੀੜ ਹੋ ਰਿਹਾ ਹੈ। ਕੋਈ ਗੈਬੀ ਸ਼ਕਤੀ ਨਾਲ ਮੰਤਰ ਪੜ੍ਹ ਕੇ ਕਿਸੇ ਦੇ ਸਿਰ ਪੀੜ ਵੀ ਨਹੀਂ ਲਾ ਸਕਦਾ। ਹਰ ਚੀਜ਼ ਉਹਦੇ ਨਿਯਮਾਂ ਦੇ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ। ਹੇ ਨਾਨਕ, ਜੇ ਕੋਈ ਹੁਕਮ ਨੂੰ ਬੁੱਝ ਲਏ। ਹੁਣ ਜੇ ਹੁਕਮ ਹੁੰਦਾ ਆਰਡਰ, ਫਿਰ ਤੇ ਮੰਨੇ ਆਣਾ ਸੀਗਾ ਬੁੱਝੇ ਦੀ ਥਾਂ ਤੇ। ਜੇ ਹੁਕਮ ਹੈਗਾ ਨਿਯਮ, ਤੇ ਨਿਯਮ ਬੁੱਝਣੇ ਪੈਂਦੇ ਹੁੰਦੇ ਨੇ। ਕਿ ਜੇ ਕੋਈ ਨਿਯਮ ਨੂੰ ਬੁੱਝ ਲਵੇ, ਫੋਰ ਐਗਜ਼ਾਮਪਲ ਨਿਯਮ ਹੈਗਾ ਕੀਪ ਲੈਫਟ, ਜਦੋਂ ਡਰਾਈਵਿੰਗ ਕਰਨੀ ਹੈ ਉਦੋਂ ਖੱਬੇ ਪਾਸੇ ਚੱਲਣਾ ਹੈ। ਹੁਣ ਇਹ ਨਿਯਮ ਕੀ ਹੈ? ਸਰਕਾਰ ਦਾ ਇੱਕ ਹੁਕਮ ਹੈਗਾ, ਕੰਸਟੀਟਿਊਸ਼ਨ ਹੈ, ਇੱਕ ਸੰਵਿਧਾਨ ਹੈ। ਕੋਈ ਅਮਰੀਕਾ ਤੋਂ ਆਦਮੀ ਆ ਕੇ ਕਹੇ ਵੀ ਮੈਂ ਤੇ ਉੱਥੇ ਸੱਜੇ ਪਾਸੇ ਗੱਡੀ ਚਲਾਣਾ, ਮੈਂ ਇੱਥੇ ਵੀ ਸੱਜੇ ਚਲਾਵਾਂਗਾ। ਜਦੋਂ ਕਾਨੂੰਨ ਨੂੰ, ਹੁਕਮ ਨੂੰ ਤੋੜੇਗਾ, ਉਹ ਆਪ ਵੀ ਦੁਖੀ ਹੋਏਗਾ, ਦੂਜੇ ਵੀ ਦੁਖੀ ਹੋਣਗੇ। ਇਸ ਕਰਕੇ ਹੁਕਮ ਦੇ ਵਿੱਚ ਰਹੇਗਾ, ਖੱਬੇ ਚੱਲੇਗਾ, ਸਾਹਮਣੇ ਆਉਣ ਵਾਲੇ ਵੀ ਆਪਣੇ ਖੱਬੇ ਚੱਲਣਗੇ, ਤੇ ਸਾਰੇ ਖੁਸ਼ੀ ਖੁਸ਼ੀ ਘਰ ਪਹੁੰਚ ਜਾਣਗੇ, ਸੁਖੀ ਸੁਖੀ ਘਰ ਜਾਣਗੇ, ਟਕਰਾਓ ਨਹੀਂ ਹੋਏਗਾ। ਜਦੋਂ ਹੁਕਮ ਨੂੰ ਤੋੜਨਗੇ, ਨਿਯਮਾਂ ਨੂੰ ਤੋੜਨਗੇ, ਫਿਰ ਦੁਖੀ ਹੋ ਜਾਣਗੇ। ਇਸ ਮਨੁੱਖਾ ਜੀਵਨ ਵਿੱਚ ਵੀ ਰੱਬ ਦੇ ਕੁਝ ਨਿਯਮ ਨੇ। ਜਦੋਂ ਅਸੀਂ ਉਹਦੇ ਹੁਕਮਾਂ ਦੇ ਅਨੁਸਾਰ ਜ਼ਿੰਦਗੀ ਜੀਵਾਂਗੇ, ਫਿਰ ਤੇ ਸੁਖੀ ਹੋ ਜਾਵਾਂਗੇ। ਜਦੋਂ ਰੱਬ ਦੇ ਹੁਕਮਾਂ ਨੂੰ ਤੋੜਾਂਗੇ, ਉਹਦੇ ਨਿਯਮਾਂ ਨੂੰ ਤੋੜਾਂਗੇ, ਰੈੱਡ ਲਾਈਟ ਕ੍ਰੋਸ ਕਰ ਦੇਵਾਂਗੇ, ਫਿਰ ਐਕਸੀਡੈਂਟ ਹੋਏਗਾ। ਜੇ ਅਸੀਂ ਦੂਜੀ ਲਾਈਨ ਦੇ ਵਿੱਚ ਚਲੇ ਜਾਵਾਂਗੇ, ਲੈਫਟ ਤੋਂ ਰਾਈਟ ਵੱਲ ਚੱਲਣਾ ਸ਼ੁਰੂ ਕਰ ਦਿਆਂਗੇ, ਤਾਂ ਵੀ ਅਸੀਂ ਦੁਖੀ ਹੋ ਜਾਵਾਂਗੇ, ਐਕਸੀਡੈਂਟ ਹੋ ਜਾਏਗਾ। ਇਸ ਕਰਕੇ ਸੰਸਾਰਕ ਜੀਵਨ ਸਫ਼ਰ ਦੇ ਵਿੱਚ ਵੀ ਰੱਬ ਦੇ ਹੁਕਮ ਦੇ ਅਨੁਸਾਰ ਜਿਉਣਾ ਪਏਗਾ, ਭਾਵ ਉਹਦੇ ਨਿਯਮਾਂ ਦੇ ਮੁਤਾਬਕ ਜੀਣਾ ਪਏਗਾ। ਹੁਣ ਮੈਂ ਇਹਦੇ ਹੁਕਮ ਨੂੰ ਕਿਵੇਂ ਬੁੱਝਾਂ, ਨਿਯਮ ਨੂੰ ਕਿਵੇਂ ਸਮਝਾਂ? ਮੈਨੂੰ ਪਤਾ ਨਹੀਂ ਰੱਬ ਦੇ ਨਿਯਮ ਕੀ ਨੇ ਇਸ ਦੁਨੀਆ 'ਚ ਜੀਣ ਵਾਸਤੇ। ਹੁਣ ਜੇ ਕਿਸੇ ਨੂੰ ਨਹੀਂ ਪਤਾ ਕਿ ਟ੍ਰੈਫਿਕ ਦੇ ਨਿਯਮ ਕੀ ਨੇ, ਉਹ ਕੀ ਕਰੇਗਾ? ਉਹ ਇੰਸਟ੍ਰਕਟਰ ਕੋਲ ਜਾਏਗਾ। ਇੰਸਟ੍ਰਕਟਰ ਉਹਨੂੰ ਗੱਡੀ ਸਿਖਾਏਗਾ, ਨਾਲ ਨਾਲ ਉਹਨੂੰ ਨਿਯਮ ਸਿਖਾਏਗਾ ਕਿ ਜਿੱਥੇ ਰੈੱਡ ਲਾਈਟ ਆਵੇ ਉੱਥੇ ਰੁਕ ਜਾਣਾ, ਜਿੱਥੇ ਗ੍ਰੀਨ ਆਵੇ ਉੱਥੇ ਚੱਲ ਪੈਣਾ। ਉਹ ਸਾਰੇ ਨਿਯਮ ਸਿਖਾਏਗਾ। ਇੰਸਟ੍ਰਕਟਰ ਜਦੋਂ ਨਿਯਮ ਸਿਖਾਏਗਾ, ਜਦੋਂ ਕੋਈ ਨਿਯਮ ਬੁੱਝ ਲਏਗਾ, ਸਮਝ ਲਏਗਾ, ਫਿਰ ਡਰਾਈਵਿੰਗ ਕਰੇਗਾ, ਉਹਦੀ ਜ਼ਿੰਦਗੀ 'ਚ ਟਕਰਾਓ ਨਹੀਂ ਪੈਦਾ ਹੋਏਗਾ। ਮਨੁੱਖਾ ਜੀਵਨ ਦੇ ਵਿੱਚ ਇੰਸਟ੍ਰਕਟਰ ਹੈ ਗੁਰੂ। ਜਦੋਂ ਅਸੀਂ ਗੁਰੂ ਵਾਲੇ ਹੋ ਜਾਂਦੇ ਹਾਂ, ਗੁਰੂ ਬਾਣੀ ਦੇ ਰਾਹੀਂ ਸਾਨੂੰ ਰੱਬ ਦੇ ਨਿਯਮ ਸਿਖਾਉਂਦਾ ਹੈ। ਜਦੋਂ ਅਸੀਂ ਰੱਬੀ ਨਿਯਮਾਂ ਮੁਤਾਬਕ ਫਿਰ ਜ਼ਿੰਦਗੀ ਜੀਣਿਆਂ ਸਿੱਖ ਕੇ ਕਿ ਜ਼ਿੰਦਗੀ ਵਿੱਚ ਇਹਨਾਂ ਗੁਣਾਂ ਨੂੰ ਧਾਰਨ ਕੀਤਿਆਂ ਜੀਵਨ ਸੁਖੀ ਰਹੇਗਾ, ਫਿਰ ਉਹਨਾਂ ਨਿਯਮਾਂ ਨੂੰ ਮੰਨ ਕੇ ਅਸੀਂ ਸੁਖੀ ਹੋ ਜਾਂਦੇ ਹਾਂ। ਜਦੋਂ ਅਸੀਂ ਰੱਬ ਦੇ ਨਿਯਮਾਂ ਨੂੰ ਨਹੀਂ ਬੁੱਝਦੇ, ਫਿਰ ਦੁਖੀ ਹੋ ਜਾਂਦੇ ਹਾਂ। ਜਬ ਲਗ ਹੁਕਮ ਨਾ ਬੂਝਤਾ, ਉੱਥੇ ਗੱਲ ਬੁੱਝਣ ਦੀ ਹੈ। ਜੇ ਆਰਡਰ ਹੁੰਦਾ ਫਿਰ ਤੇ ਮੰਨਣਾ ਪੈਣਾ ਸੀ।
ਜੇ ਹੁਕਮ ਨਿਯਮ ਹੈ ਫਿਰ ਉਹਨੂੰ ਬੁੱਝਣਾ ਪੈਣਾ ਹੈ, ਬੁੱਝਣਾ ਮੈਨੇ ਸਮਝਣਾ ਪੈਣਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਜਿੰਨਾ ਚਿਰ ਰੱਬ ਦੇ ਨਿਯਮਾਂ ਨੂੰ ਨਹੀਂ ਸਮਝਦਾ ਉਹਨਾਂ ਚਿਰ ਦੁਖੀ ਹੋ ਜਾਂਦਾ ਹੈ, ਨਿਯਮ ਤੋੜੀ ਜਾਂਦਾ ਹੈ, ਦੁਖੀ ਹੋਈ ਜਾਂਦਾ ਹੈ। ਗੁਰ ਮਿਲ ਹੁਕਮ ਪਛਾਣਿਆ, ਜਦੋਂ ਗੁਰੂ ਨੂੰ ਮਿਲ ਕੇ ਹੁਕਮ ਦੀ ਪਛਾਣ ਕਰ ਲਈ, ਨਿਯਮ ਦੀ ਪਛਾਣ ਕਰ ਲਈ, ਫਿਰ ਇਹ ਸੁਖੀ ਹੋ ਗਿਆ। ਰੱਬੀ ਨਿਯਮਾਂ ਨੂੰ ਤੋੜ ਕੇ ਦੁਖੀ ਹੈ, ਰੱਬੀ ਨਿਯਮਾਂ ਵਿੱਚ ਚੱਲ ਕੇ ਸੁਖੀ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਹੁਕਮ ਮੈਨੇ ਨਿਯਮ, ਕਿ ਰੱਬ ਦਾ ਨਿਯਮ ਹੈ ਤੂੰ ਜੌਂ ਬੀਜੇਗਾ ਤੇ ਇਹ ਨਹੀਂ ਹੋ ਸਕਦਾ ਵੀ ਕਣਕ ਮਿਲ ਜਾਏ, ਤੈਨੂੰ ਜੌਂ ਹੀ ਮਿਲਣਗੇ। ਕਣਕ ਦਾ ਬੀਜ ਪਾਏਗਾ ਤੇ ਕਣਕ ਮਿਲੇਗੀ। ਆਪੇ ਬੀਜ ਆਪੇ ਹੀ ਖਾਓ। ਬੀਜ ਬੀਜਣਾ ਤੇਰਾ ਕਰਮ ਹੈ। ਉਸ ਕਰਮ ਨੂੰ ਜਿਹੜਾ ਫਲ ਲੱਗਣਾ ਨਾ ਉਹ ਰੱਬ ਦਾ ਹੁਕਮ ਹੈ, ਮੈਨੇ ਉਹਦਾ ਨਿਯਮ ਹੈ ਕਿ ਕਣਕ ਤੂੰ ਬੀਜ ਮੈਂ ਕਣਕ ਦਵਾਂਗਾ, ਤੂੰ ਜੌਂ ਬੀਜ ਮੈਂ ਤੈਨੂੰ ਜੌਂ ਦਵਾਂਗਾ। ਕਰਮ ਦਾ ਬੀਜ ਤੂੰ ਬੀਜਣਾ ਹੈ, ਉਹਦਾ ਫਲ ਜਿਹੜਾ ਹੈ ਤੂੰ ਬੀਜ ਵਿੱਚੋਂ ਬੂਟੇ ਵਿੱਚੋਂ ਆਪ ਨਹੀਂ ਖਿੱਚ ਕੇ ਕੱਢਣਾ, ਬਲਕਿ ਉਹਨੇ ਫਲ ਆਪੇ ਲਾ ਦੇਣਾ ਉਹਨੂੰ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਇਹ ਹੈ ਉਹਦਾ ਹੁਕਮ, ਉਹਦਾ ਨਿਯਮ ਕਿ ਤੇਰੇ ਕਰਮਾਂ ਦਾ ਫਲ ਤੈਨੂੰ ਮਿਲਣਾ ਹੈ। ਇਹ ਰੱਬ ਦਾ ਇੱਕ ਪੱਕਾ ਨਿਯਮ ਹੈਗਾ ਹੈ। ਇਸ ਕਰਕੇ ਜ਼ਿੰਦਗੀ ਵਿੱਚ ਦੁੱਖ ਆ ਜਾਏ ਤੇ ਕਦੀ ਨਾ ਕਵੀਂ ਕਿ ਰੱਬ ਨੇ ਦਿੱਤੇ ਨੇ। ਮੈਂ ਜਿਹੜਾ ਬੀਜ ਬੀਜਿਆ ਮੈਨੂੰ ਉਹਦਾ ਫਲ ਮਿਲ ਰਿਹਾ ਉਹਦੇ ਹੁਕਮ ਦੇ ਵਿੱਚ। ਉਦਾਹਰਨ ਦੇ ਤੌਰ ਤੇ ਅੱਜ ਜੱਜ ਨੇ ਕਿਸੇ ਕੇਸ ਦਾ ਫੈਸਲਾ ਸੁਣਾਉਣਾ ਸੀ ਤੇ ਬਹੁਤ ਸਾਰੇ ਜਰਨਲਿਸਟ, ਪੱਤਰਕਾਰ, ਰਿਪੋਰਟਰ ਇਕੱਠੇ ਹੋਏ। ਜੱਜ ਨੇ ਫੈਸਲਾ ਸੁਣਾਇਆ ਕਿ ਇਸ ਆਦਮੀ ਨੂੰ ਬਾਇੱਜ਼ਤ ਬਰੀ ਕਰ ਦਿਓ ਤੇ ਉਸ ਆਦਮੀ ਨੂੰ ਫਾਂਸੀ ਤੇ ਲਟਕਾ ਦਿਓ। ਜਿਹਨੇ ਪਹਿਲੇ ਦਿਨ ਅੱਜ ਫੈਸਲਾ ਸੁਣਿਆ ਉਹ ਤੇ ਹੈਰਾਨ ਹੋਏਗਾ, ਜੱਜ ਕਿੰਨਾ ਪੱਖਪਾਤੀ ਹੈ, ਇੱਕ ਨੂੰ ਜ਼ਿੰਦਗੀ ਦੇ ਰਿਹਾ, ਦੂਜੇ ਨੂੰ ਮੌਤ ਦੇ ਰਿਹਾ। ਪਰ ਜਿਹਨੇ ਸਾਰਾ ਕੇਸ ਸੁਣਿਆ, ਸਾਰੀ ਹੀਅਰਿੰਗ ਸੁਣੀ ਹੈ, ਉਹ ਕਹੇਗਾ ਨਹੀਂ ਜੱਜ ਦਾ ਫੈਸਲਾ ਬਿਲਕੁਲ ਠੀਕ ਹੈ। ਜਿਸ ਬੰਦੇ ਨੇ ਕੀਤਾ ਹੀ ਕੁਛ ਨਹੀਂ ਉਹਨੂੰ ਬਾਇੱਜ਼ਤ ਬਰੀ ਕੀਤਾ ਹੈ, ਜਿਹਨੇ ਕਈ ਕਤਲ ਕੀਤੇ ਨੇ ਉਹਨੂੰ ਫਾਂਸੀ ਤੇ ਲਟਕਾ ਰਿਹਾ। ਕਰਮਾਂ ਦੇ ਮੁਤਾਬਕ ਜੱਜ ਆਪਣਾ ਫੈਸਲਾ ਸੁਣਾ ਰਿਹਾ। ਪ੍ਰਭੂ ਉਹ ਜੱਜ ਹੈ ਜਿਹਦਾ ਹੁਕਮ ਮੈਨੇ ਨਿਯਮ ਹੈ ਕਿ ਜਿਹੋ ਜਿਹੇ ਕਰਮ ਕਰੇਗਾ ਫਲ ਮਿਲੇਗਾ। ਦੁੱਖ ਹੈ ਤੇ ਕਦੀ ਨਾ ਕਈ ਰੱਬ ਨੇ ਦਿੱਤੇ ਨੇ। ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਰਮਾਂ ਪੱਖੋਂ ਮਨੁੱਖ ਸੁਤੰਤਰ ਹੈ। ਕਰਮਾਂ ਦਾ ਬੀਜ ਹਰ ਮਨੁੱਖ ਬੀਜਦਾ ਹੈ, ਪਰ ਉਸ ਕਰਮਾਂ ਦੇ ਬੀਜ ਦਾ ਜਿਹੜਾ ਫਲ ਹੈ ਨਾ ਉਹ ਹੈ ਰੱਬ ਦਾ ਹੁਕਮ, ਉਹਦਾ ਨਿਯਮ। ਇਹ ਨਹੀਂ ਹੋ ਸਕਦਾ ਕਿ ਜ਼ਹਿਰ ਬੀਜ ਕੇ ਮੈਂ ਅੰਮ੍ਰਿਤ ਲਈ ਜਾਵਾਂ। ਬੀਜੇ ਬਿਖ ਮੰਗੇ ਅੰਮ੍ਰਿਤ, ਦੇਖੋ ਇਹ ਨਹੀਂ ਆਓ, ਫਿਰ ਕਾਹਦਾ ਇਨਸਾਫ ਹੋਇਆ? ਤੇ ਬੇਇਨਸਾਫੀ ਹੋਈ ਨਾ। ਬੀਜੇ ਬਿਖ ਮੰਗਿਆ ਅੰਮ੍ਰਿਤ, ਜ਼ਹਿਰ ਬੀਜ ਕੇ ਅੰਮ੍ਰਿਤ ਮੰਗ ਰਿਹਾ। ਨਹੀਂ, ਇੱਥੇ ਤੇ ਜੋ ਕੁਝ ਬੀਜਣਾ ਉਹ ਕੁਝ ਹੀ ਮਿਲਣਾ। ਇਹ ਨਹੀਂ ਹੋ ਸਕਦਾ ਫਰੀਦਾ ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ ਹੰਡਿਆ ਉਨਕ ਤਾਇਂਦਾ, ਪੈਦਾ ਲੋੜ ਹੈ ਪੱਟ। ਕਿੱਕਰ ਬੀਜ ਕੇ ਕਵੀ ਮੈਨੂੰ ਬਜੌਰ ਦੇ ਇਲਾਕੇ ਦੀ ਅੰਗੂਰ ਮਿਲ ਜਾਣ, ਦਾਖਾਂ ਮਿਲ ਜਾਣ, ਇਹਦਾ ਨਹੀਂ ਹੋ ਸਕਦਾ। ਜੋ ਬੀਜੇਗਾ ਉਹਨੂੰ ਉਹੀ ਮਿਲਣਾ ਪਾਣਾ ਪਏਗਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦਾ ਹੁਕਮ ਦਾ ਅਰਥ ਹੈ ਰੱਬ ਦਾ ਨਿਯਮ, ਉਹਦਾ 52ਵਾਂ ਅਸੂਲ। ਕੁੱਲ ਕਾਇਨਾਤ ਰੱਬੀ ਨਿਯਮਾਂ ਵਿੱਚ ਚੱਲ ਰਹੀ ਹੈ। ਜਦੋਂ ਗੁਰੂ ਨੂੰ ਮਿਲ ਕੇ ਅਸੀਂ ਉਹਨਾਂ ਨਿਯਮਾਂ ਨੂੰ ਸਮਝ ਲੈਂਦੇ ਹਾਂ, ਉਹਨਾਂ ਨਿਯਮਾਂ ਮੁਤਾਬਕ ਜ਼ਿੰਦਗੀ ਜਿਉਂਦੇ ਹਾਂ, ਫਿਰ ਅਸੀਂ ਸੁਖੀ ਹੋ ਜਾਂਦੇ ਹਾਂ। ਇਸ ਕਰਕੇ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ। ਉਸ ਹੁਕਮ ਦੇ ਮਾਲਕ ਦੇ ਹੁਕਮ ਦੇ ਵਿੱਚ, ਉਸ ਨਿਯਮਾਂ ਦੇ ਮਾਲਕ ਰੱਬ ਦੇ ਨਿਯਮ ਦੇ ਵਿੱਚ ਜੇ ਕੋਈ ਚੱਲ ਪਵੇ ਤੇ ਤਾਂ ਹੀ ਉਹ ਸਚਿਆਰ ਬਣ ਸਕਦਾ ਹੈ। ਉਹਦੀ ਕੂੜ ਦੀ ਦੀਵਾਰ ਟੁੱਟ ਸਕਦੀ ਹੈ। ਇਹ ਧੁਰੋਂ ਹਰ ਜੀਵ ਦੇ ਨਾਲ ਇਹ ਵਿਧੀ, ਜਦੋਂ ਤੱਕ ਜਗਤ ਬਣਿਆ ਧੁਰ ਤੋਂ ਇਹ ਵਿਧੀ ਲਿਖੀ ਹੈ ਕਿ ਜਿਹੜਾ ਰੱਬੀ ਨਿਯਮਾਂ ਮੁਤਾਬਕ ਚੱਲੇਗਾ ਉਹੀ ਸਚਿਆਰ ਹੋ ਜਾਏਗਾ। ਇਸ ਕਰਕੇ ਅਗਲੀ ਪੌੜੀ ਹੈ ਉਹ ਸਾਰੇ ਫਿਰ ਹੁਕਮ ਦੀ ਹੀ ਵਿਆਖਿਆ ਹੈਗੀ ਹੈ ਕਿ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ। ਜੇ ਕੋਈ ਨਿਯਮਾਂ ਨੂੰ ਬੁੱਝ ਲਵੇ ਤਾਂ ਹੋ ਮੈਂ ਕਹੇ ਨਾ ਕੋਈ। ਫਿਰ ਹੰਕਾਰ ਨਹੀਂ ਰਹਿੰਦਾ ਵੀ ਮੈਂ ਕੁਛ ਕੀਤਾ, ਮੈਂ ਨਹੀਂ ਕੀਤਾ, ਮੈਂ ਤੇ ਨਿਯਮਾਂ ਮੁਤਾਬਕ ਚੱਲਿਆ ਤੇ ਸੁਖੀ ਹੋ ਗਿਆ ਵਾਂ। ਇਹਦੇ ਵਿੱਚ ਮੇਰਾ ਹੰਕਾਰ ਨਹੀਂ ਹੈ ਕਿ ਮੈਂ ਆਪਣੀ ਤਾਕਤ ਦੇ ਨਾਲ ਸੁੱਖ ਕਾਇਮ ਕੀਤਾ। ਨਹੀਂ, ਮੈਂ ਤੇ ਰੱਬੀ ਨਿਯਮਾਂ ਮੁਤਾਬਕ ਚੱਲਿਆ ਤੇ ਮੈਂ ਸੁਖੀ ਹੋ ਗਿਆ। ਫਿਰ ਮੇਰੀ ਹਉਮੈ ਮਰ ਜਾਂਦੀ ਹੈ। ਜਦੋਂ ਮੈਂ ਰੱਬ ਦੇ ਨਿਯਮਾਂ ਨੂੰ ਸਮਝ ਲੈਣਾ ਫਿਰ ਹੰਕਾਰ ਨਹੀਂ ਰਹਿੰਦਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਇਸ ਕਰਕੇ ਹੁਕਮ ਦਾ ਅਰਥ ਹੈ ਰੱਬ ਦਾ ਨਿਯਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।